ਓਸ਼ੋ ਰਾਹੀਂ ਜਪਜੀ ਸਾਹਿਬ ਦੀ ਵਿਆਖਿਆ। ਜਿਵੇਂ ਦੇਹ ਦੀ ਛਾਂ ਹੈ, ਇਵੇਂ ਚੇਤਨਾ ਦੀ ਛਾਂ ਹੰਕਾਰ ਹੈ। ਇਸ ਲਈ ਤੁਸੀਂ ਸੁਣੀ ਹੋਏਗੀ ਇਹ ਗੱਲ ਕਿ ਜੋ ਵਿਅਕਤੀ ਪਰਮਾਤਮਾ ਨੂੰ ਪਾ ਲੈਂਦਾ ਉਹਦੀ ਛਾਂ ਨਹੀਂ ਬਣਦੀ। ਇਹ ਤੋਂ ਤੁਸੀਂ ਇਹ ਨਾ ਸਮਝਣਾ ਕਿ ਜਦੋਂ ਧਰਤੀ 'ਤੇ ਤੁਰਦਾ ਹੈ, ਸੂਰਜ ਚੜ੍ਹਿਆ ਹੁੰਦਾ ਹੈ, ਧਰਤੀ ਉੱਤੇ ਉਹਦੀ ਛਾਂ ਨਹੀਂ ਬਣਦੀ। ਉਹ ਛਾਂ ਤਾਂ ਬਣਦੀ ਹੈ ਕਿਉਂਕਿ ਸਰੀਰ ਹੈ, ਸਰੀਰ ਦੀ ਛਾਂ ਤਾਂ ਬਣੇਗੀ, ਪਰ ਉਹਦੇ ਅੰਦਰ ਦੀ ਛਾਂ ਗੁੰਮ ਹੋ ਜਾਂਦੀ ਹੈ। ਉਹ ਟੁਰਦਾ ਹੈ, ਉੱਠਦਾ ਹੈ, ਬੈਠਦਾ ਹੈ, ਕੰਮ ਕਰਦਾ ਹੈ, ਬੋਲਦਾ ਹੈ, ਸਾਰੀ ਜੀਵਨ ਦੀ ਕਿਰਿਆ ਚੱਲਦੀ ਰਹਿੰਦੀ ਹੈ, ਲੇਕਿਨ ਹੁਣ ਕੋਈ ਛਾਂ ਨਹੀਂ ਬਣਦੀ। ਹੁਣ ਚੇਤਨਾ ਪਾਰਦਰਸ਼ੀ ਹੋ ਗਈ, ਹੁਣ ਉਹ ਹੈ ਹੀ ਨਹੀਂ। ਧਿਆਨ ਰੱਖਣਾ, ਤੁਸੀਂ ਇਹ ਨਾ ਸੋਚਣਾ ਕਿ ਤੁਸੀਂ ਸ਼ਕਤੀਸ਼ਾਲੀ ਹੋ ਜਾਓਗੇ, ਉਹਦੀ ਮਿਹਰ ਹੋਏਗੀ, ਵਰੇਗੀ, ਤੁਸੀਂ ਤਾਂ ਹੋਗੇ ਹੀ ਨਹੀਂ। ਉਹੀ ਹੋਏਗਾ ਤੁਹਾਡੇ ਰਾਹੀਂ ਸ਼ਕਤੀਸ਼ਾਲੀ। ਤੁਸੀਂ ਨਿਮਿਤ ਹੋ ਜਾਓਗੇ। ਇਹ ਨਿਮਿਤ ਸ਼ਬਦ ਬਹੁਤ ਮਹੱਤਵਪੂਰਨ ਹੈ। ਜਿਵੇਂ ਬੰਸਰੀ ਤੋਂ ਕਿਸੇ ਗਾਇਕ ਦਾ ਸੁਰ ਨਿਕਲਦਾ ਹੈ, ਬੰਸਰੀ ਕੇਵਲ ਨਿਮਿਤ ਹੈ ਅਤੇ ਸੁਰ ਬੰਸਰੀ ਦਾ ਨਹੀਂ, ਸੁਰ ਤਾਂ ਗਾਇਕ ਦਾ ਹੈ। ਬੰਸਰੀ ਦੀ ਖੂਬੀ ਕੀ ਹੈ? ਕਦੇ ਤੁਸੀਂ ਖਿਆਲ ਕੀਤਾ? ਬੰਸਰੀ ਦੀ ਖੂਬੀ ਇੰਨੀ ਹੈ ਕਿ ਉਹ ਪੋਲੀ ਹੈ। ਉਹਦਾ ਪੋਲਾਪਣ, ਉਹਦੀ ਸ਼ੂਨਿਅਤਾ ਹੀ ਉਹਦੀ ਖੂਬੀ ਹੈ। ਉਸੇ ਖੂਬੀ ਦੇ ਕਾਰਨ ਸੁਰ ਪ੍ਰਵਾਹਿਤ ਹੁੰਦਾ ਹੈ। ਜਿਸ ਦਿਨ ਵੀ ਪਰਮਾਤਮਾ ਦੀ ਮਿਹਰ ਤੁਹਾਡੇ 'ਤੇ ਵਰਦੀ ਹੈ, ਤੁਸੀਂ ਬੰਸਰੀ ਦੇ ਵਾਂਗ ਹੋ ਜਾਂਦੇ ਹੋ। ਕਬੀਰ ਨੇ ਕਿਹਾ ਹੈ, ਮੈਂ ਤਾਂ ਬਾਂਸ ਦੀ ਪੌਂਗਰੀ ਹਾਂ, ਗੀਤ ਸਾਰੇ ਉਹਦੇ ਹਨ, ਉਹੀ ਗਾਉਂਦਾ ਹੈ, ਮੈਂ ਕੇਵਲ ਮਾਧਿਅਮ ਹਾਂ, ਵਾਹਣ ਹਾਂ। ਅਤੇ ਵਾਹਣ ਦੀ ਵੀ ਖੂਬੀ ਇੰਨੀ ਕਿ ਮੈਂ ਪੋਲੀ ਬਾਂਸ ਦੀ ਭੂਰੀ ਹਾਂ। ਕਿਰਪਾ ਖੰਡ ਦੀ ਬਾਣੀ ਸ਼ਕਤੀ ਹੈ, ਉੱਥੇ ਪਰਮ ਸ਼ਕਤੀ ਬੋਲਦੀ ਹੈ। ਇੱਕ ਵੱਡਾ ਸੰਘਣਾ ਮੈਗਨੇਟਿਜ਼ਮ ਜਿਸ ਵਿਅਕਤੀ ਨੂੰ ਉਹਦੀ ਮਿਹਰ ਮਿਲੀ ਹੈ ਉਹਨੂੰ ਪ੍ਰਾਪਤ ਹੋ ਜਾਂਦਾ ਹੈ। ਤੁਸੀਂ ਉਹਦੇ ਵੱਲ ਖਿੱਚੇ ਚਲੇ ਜਾਂਦੇ ਹੋ। ਤੁਸੀਂ ਆਪਣੇ ਆਪ ਨੂੰ ਰੋਕੋ ਤਾਂ ਵੀ ਨਹੀਂ ਰੋਕ ਸਕਦੇ। ਤੁਸੀਂ ਉਹ ਤੋਂ ਬਚਣਾ ਚਾਹੋ ਤਾਂ ਵੀ ਨਹੀਂ ਬਚ ਪਾਉਂਦੇ ਹੋ। ਤੁਸੀਂ ਖਿੱਚੇ ਜਾਂਦੇ ਹੋ। ਕੋਈ ਅਲੌਕਿਕ ਆਕਰਸ਼ਣ ਤੁਹਾਨੂੰ ਉਸ ਹੋਂਦ ਵੱਲ ਬੰਨ੍ਹੀ ਰੱਖਦਾ ਹੈ। ਤੁਸੀਂ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਪਾਉਂਦੇ ਹੋ ਕਿ ਤੁਸੀਂ ਖਿੱਚੇ ਜਾਂਦੇ ਹੋ। ਬੋਲਣ ਦੀ ਸ਼ਕਤੀ ਦਾ, ਬਾਣੀ ਵਿੱਚ ਸ਼ਕਤੀ ਦੇ ਹੋਣ ਦਾ ਇਹੀ ਅਰਥ ਹੈ। ਇਹਨੂੰ ਛੱਡ ਕੇ ਉਸ ਵਿੱਚ ਦੂਜਾ ਕੁਝ ਵੀ ਨਹੀਂ ਹੈ। ਪਰਮਾਤਮਾ ਦੀ ਸ਼ਕਤੀ ਨੂੰ ਛੱਡ ਕੇ ਦੂਜਾ ਹੋਰ ਕੁਝ ਵੀ ਨਹੀਂ ਹੈ। ਉਸ ਵਿੱਚ ਮਹਾਂਬਲੀ ਸੂਰਵੀਰ ਹਨ, ਜਿਨ੍ਹਾਂ ਸਾਰਿਆਂ 'ਚ ਰਾਮ ਹੀ ਭਰਪੂਰ ਸਮਾਇਆ ਹੋਇਆ ਹੈ। ਜਿਵੇਂ ਇਸ ਘੜੀ ਨੂੰ ਕੋਈ ਉਪਲਬਧ ਹੁੰਦਾ ਹੈ, ਉਹ ਮਹਾਂਵੀਰ ਹੋ ਜਾਂਦਾ ਹੈ, ਉਹ ਮਹਾਂਯੋਧਾ ਹੋ ਜਾਂਦਾ ਹੈ। ਆਪਣੇ ਸਹਾਰੇ ਅਸੀਂ ਦੀਨਹੀਨ ਸੀ, ਪਰਮਾਤਮਾ ਦੇ ਸਹਾਰੇ ਅਸੀਂ ਮਹਾਂਵੀਰ ਹੋ ਜਾਂਦੇ ਹਾਂ। ਪਰ ਉਹ ਸਾਰੀ ਊਰਜਾ ਉਹਦੀ ਹੈ, ਉਹ ਸਾਰਾ ਕੁਝ ਉਹਦਾ ਹੈ। ਅਸੀਂ ਵਿਚਕਾਰੋਂ ਬਿਲਕੁਲ ਹਟ ਜਾਂਦੇ ਹਾਂ, ਅਸੀਂ ਰਾਹ ਦੇ ਦਿੰਦੇ ਹਾਂ। ਜਿਨ੍ਹਾਂ ਸਾਰਿਆਂ 'ਚ ਰਾਮ ਹੀ ਭਰਪੂਰ ਸਮਾਇਆ ਹੋਇਆ ਹੈ, ਤਿੱਥੈ ਜੋਧ ਮਹਾਂਬਲ ਸੂਰ, ਤਿਨ ਮੈਂ ਰਾਮ ਰਿਹਾ ਭਰਪੂਰ। ਉਸ ਵਿੱਚ ਉਹਦੀ ਮਹਿਮਾ 'ਚ ਸੀਤਾ ਹੀ ਸੀਤਾ ਸਮਾਈ ਹੈ। ਤਿੱਥੈ ਸੀਤੋ ਸੀਤਾ ਮਹਿਮਾ ਮਾਏ, ਤਾਕੇ ਰੂਪ ਨਾ ਕਥਨੇ ਜਾਏ। ਇਸ ਬਚਨ ਨੂੰ ਬੜੀ ਡੂੰਘਾਈ ਨਾਲ ਸਮਝਣਾ, ਕਿਉਂਕਿ ਅਜਿਹਾ ਪ੍ਰਾਣੀ ਜਿਸ 'ਚ ਉਹਦੀ ਸ਼ਕਤੀ ਉਤਰਦੀ ਹੈ, ਇੱਕ ਦੋਹਰੀ ਊਰਜਾ ਨਾਲ ਭਰ ਜਾਂਦਾ ਹੈ, ਭਰਪੂਰ ਹੋ ਜਾਂਦਾ ਹੈ। ਦੋਹਰੀ ਊਰਜਾ ਨਾਲ ਉਹਦੇ ਵਿੱਚ ਸਿਰਫ ਰਾਮ ਹੀ ਨਹੀਂ ਉਤਰ ਆਉਂਦਾ, ਸੀਤਾ ਵੀ ਉਤਰ ਆਉਂਦੀ ਹੈ। ਇਹ ਤਾਂ ਪ੍ਰਤੀਕ ਹਨ, ਰਾਮ ਅਤੇ ਸੀਤਾ, ਲੇਕਿਨ ਇਹ ਪ੍ਰਤੀਕ ਬਹੁਤ ਡੂੰਘੇ ਹਨ, ਕਿਉਂਕਿ ਜੇਕਰ ਸਿਰਫ ਰਾਮ ਹੀ ਉਤਰੇ ਤਾਂ ਵਿਅਕਤੀ ਅਧੂਰਾ ਹੋਏਗਾ, ਅੱਧਾ ਹੋਏਗਾ। ਤਾਂ ਉਹਦੇ 'ਚ ਆਦਮੀ ਦੀ ਤਾਕਤ ਤਾਂ ਆ ਜਾਂਦੀ ਹੈ, ਲੇਕਿਨ ਆਦਮੀ ਦੀ ਸ਼ਕਤੀ ਅਧੂਰੀ, ਨਾਸ਼ਵਾਨ ਹੈ। ਉਸ 'ਚ ਇਸਤਰੀ ਦੀ ਮਹਿਮਾ ਨਹੀਂ ਉਤਰੇਗੀ, ਇਸਤਰੀ ਦਾ ਸ਼ੀਤਲ ਰੂਪ ਨਹੀਂ ਉਤਰੇਗਾ। ਰਾਮ ਇਕੱਲੇ ਬਿਲਕੁਲ ਅਧੂਰੇ ਹਨ। ਰਾਮ ਦੀ ਮੂਰਤੀ ਨੂੰ ਇਕੱਲਿਆਂ ਖੜੀ ਕਰਕੇ ਵੇਖਣਾ ਬਹੁਤ ਅਧੂਰੇ ਲੱਗਣਗੇ। ਰਾਮ ਨੂੰ ਸੀਤਾ ਦੇ ਨਾਲ ਖੜੇ ਕਰਕੇ ਵੇਖਣਾ ਤਦ ਹੀ ਉਹ ਪੂਰੇ ਲੱਗਣਗੇ। ਕਿਉਂ? ਕਿਉਂਕਿ ਇਸ ਤਰੈਣ ਸ਼ਕਤੀ ਇੱਕ ਦੂਜਾ ਪੱਖ ਹੈ ਸ਼ਕਤੀ ਦਾ, ਜਿਹੜਾ ਸੰਤੁਲਨ ਦਿੰਦਾ ਹੈ। ਆਦਮੀ ਦੀ ਸ਼ਕਤੀ ਇਕੱਲੀ ਹੋਵੇ ਤਾਂ ਹਿਟਲਰ ਪੈਦਾ ਹੋਏਗਾ, ਜਿਸ ਤੋਂ ਮਹਾਨਾਸ਼ ਹੋਏਗਾ, ਕਿਉਂਕਿ ਉਹਨੂੰ ਸੰਤੁਲਨ ਕਰਨ ਲਈ ਵਿਪਰੀਤ ਸ਼ਕਤੀ ਮੌਜੂਦ ਨਹੀਂ ਹੈ, ਸੀਤਾ ਮੌਜੂਦ ਨਹੀਂ ਹੈ। ਇਸਤਰੀ ਸਿਰਜਨਾਤਮਕ ਸ਼ਕਤੀ ਹੈ, ਉਹ ਮਾਂ ਹੈ, ਜਨਮਦਾਤੀ ਹੈ, ਉਹ ਜੀਵਨ ਦੇ ਮੂਲ ਸਰੋਤ ਨਾਲ ਜੁੜੀ ਹੈ, ਸ਼ੀਤਲ ਹੈ। ਉਹਦੀ ਸ਼ਕਤੀ ਕਰੁਣਾ ਹੈ, ਉਹਦੀ ਸ਼ਕਤੀ ਮਮਤਾ ਹੈ, ਉਹਦੀ ਸ਼ਕਤੀ ਸੂਰਜ ਵਰਗੀ ਨਹੀਂ ਹੈ, ਉਹਦੀ ਸ਼ਕਤੀ ਚੰਨ ਵਰਗੀ ਹੈ, ਸ਼ੀਤਲ ਹੈ। ਸ਼ਕਤੀ ਹੈ ਫਿਰ ਵੀ ਸ਼ੀਤਲ ਹੈ। ਹੋਰ ਜਿੱਥੇ ਸੂਰਜ ਅਤੇ ਚੰਨ ਦੋਵੇਂ ਮਿਲ ਜਾਂਦੇ ਹੈ, ਜਿੱਥੇ ਪ੍ਰਗਾੜਤਾ ਅਤੇ ਸੀਤਲਤਾ ਦੋਵੇਂ ਮਿਲਦੇ ਹੈ, ਜਿੱਥੇ ਪ੍ਰਚੰਡਤਾ ਅਤੇ ਵਿਨਮਰਤਾ ਦੋਵੇਂ ਮਿਲ ਜਾਂਦੇ ਹੈ, ਉੱਥੇ ਰਾਮ ਅਤੇ ਸੀਤਾ ਹਨ।
ਇਹ ਵੱਡੀ ਹਿੰਦੂ ਵਿਚਾਰਾਂ ਦੀ ਡੂੰਘੀ ਖੋਜ ਹੈ ਅਤੇ ਬਹੁਤਿਆਂ ਦੀ ਸਮਝ 'ਚ ਨਹੀਂ ਆਈ। ਈਸਾਈ, ਮੁਸਲਮਾਨ, ਜੈਨ, ਬੌਧ ਸਾਰੇ ਇਸ ਹਿੰਦੂ ਵਿਚਾਰ ਦੀ ਡੂੰਘਾਈ ਨੂੰ ਸਮਝਣ 'ਚ ਅਸਮਰਥ ਰਹੇ ਹਨ। ਜੈਨ ਤਾਂ ਇਸ ਲਈ ਰਾਮ ਨੂੰ ਭਗਵਾਨ ਨਹੀਂ ਮੰਨ ਸਕਦੇ ਕਿਉਂਕਿ ਸੀਤਾ ਖਲੋਤੀ ਹੈ। ਇਹ ਕਿਹੋ ਜਿਹੇ ਭਗਵਾਨ ਹੈ ਜਿਨ੍ਹਾਂ ਦੇ ਕੋਲ ਇਸਤਰੀ ਖਲੋਤੀ ਹੈ? ਉਹਦਾ ਤਰਕ ਹੈ ਕਿ ਭਗਵਾਨ ਨੂੰ ਬਿਨਾਂ ਚਾਹ ਤੋਂ ਹੋਣਾ ਚਾਹੀਦਾ ਹੈ, ਵੈਰਾਗੀ ਹੋਣਾ ਚਾਹੀਦਾ ਹੈ। ਤਾਂ ਮਹਾਂਵੀਰ ਤਾਂ ਭਗਵਾਨ ਹਨ ਕਿਉਂਕਿ ਵਿਤਰਾਗ ਹਨ। ਕੋਈ ਇਸਤਰੀ ਨੇੜੇ ਤੇੜੇ ਨਹੀਂ ਹੈ, ਦੂਰ ਦੂਰ ਤੱਕ। ਇਹ ਮਾਮਲਾ ਇੱਥੇ ਤੱਕ ਖਿੱਚਿਆ ਜੈਨੀਆਂ ਨੇ ਕਿ ਉਹਨਾਂ ਨੇ ਇਹ ਵੀ ਇਨਕਾਰ ਕਰ ਦਿੱਤਾ ਕਿ ਕਦੇ ਉਹਨਾਂ ਦੀ ਕੋਈ ਪਤਨੀ ਸੀ। ਉਹਨਾਂ ਨੇ ਇਹ ਵੀ ਇਨਕਾਰ ਕਰ ਦਿੱਤਾ ਕਿ ਉਹਨਾਂ ਦੇ ਬੱਚੇ ਪੈਦਾ ਹੋਏ ਸਨ। ਉਹਨਾਂ ਦਾ ਪੁੱਤਰ ਸੀ, ਪੁੱਤਰੀ ਸੀ, ਸਭ ਨਾ ਕਰ ਦਿੱਤੀ। ਉਹਨਾਂ ਨੇ ਇਤਿਹਾਸ ਹੀ ਬਦਲ ਦਿੱਤਾ। ਮਹਾਂਵੀਰ ਦੀ ਪਤਨੀ ਸੀ, ਉਹਨਾਂ ਦੇ ਘਰ ਇੱਕ ਕੁੜੀ ਵੀ ਹੋਈ ਜਿਸ ਦਾ ਜੈਨ ਸ਼ਾਸਤਰਾਂ 'ਚ ਵੀ ਜ਼ਿਕਰ ਹੈ। ਉਸ ਕੁੜੀ ਦਾ ਵਿਆਹ ਵੀ ਹੋਇਆ। ਮਹਾਂਵੀਰ ਦਾ ਦਾਮਾਦ ਵੀ ਸੀ, ਲੇਕਿਨ ਸਭ ਪੂੰਝ ਸੁੱਟਿਆ, ਸਭ ਨੂੰ ਨਾ ਕਰ ਦਿੱਤੀ ਕਿਉਂਕਿ ਇਹ ਗੱਲ ਹੀ ਉਹਨਾਂ ਦੀ ਸੋਚ ਤੋਂ ਬਾਹਰ ਹੋ ਗਈ ਕਿ ਮਹਾਂਵੀਰ ਕਿਵੇਂ ਇਸਤਰੀ ਦੇ ਨਾਲ, ਕਿਵੇਂ ਉਹਨਾਂ ਨੂੰ ਬੱਚਾ ਪੈਦਾ ਹੋਇਆ। ਮਹਾਂਵੀਰ 'ਤੇ ਸੰਭੋਗ ਕਰਦੇ ਹੋਏ ਇਹ ਸੋਚਣਾ ਹੀ ਔਖਾ ਹੋਇਆ। ਕਹਾਣੀ ਨੂੰ ਬਦਲ ਛੱਡਿਆ, ਮਹਾਂਵੀਰ ਨੂੰ ਬਿਲਕੁਲ ਇਕੱਲਾ ਖੜਾ ਕਰ ਦਿੱਤਾ। ਸੋ ਮਹਾਂਵੀਰ ਵਿੱਚ ਪ੍ਰਚੰਡਤਾ ਤਾਂ ਮਾਲੂਮ ਹੁੰਦੀ ਹੈ, ਲੇਕਿਨ ਇਕੱਠੇ ਸ਼ੀਤਲਤਾ ਨਹੀਂ ਹੋ ਸਕਦੀ। ਜੀਵਨ ਦਾ ਇੱਕ ਕਿਨਾਰਾ ਘੱਟ ਹੈ। ਇਸ ਲਈ ਜੈਨ ਵਿਚਾਰ ਬਹੁਤ ਦੂਰਗਾਮੀ ਨਹੀਂ ਹੋ ਸਕਿਆ ਅਤੇ ਜੈਨ ਵਿਚਾਰ ਦੇ ਮਾਧਿਅਮ ਨਾਲ ਕੋਈ ਸੰਸਕ੍ਰਿਤੀ ਖੜੀ ਨਹੀਂ ਹੋ ਸਕੀ। ਸਿਰਫ ਇੱਕ ਆਈਡੀਓਲੋਜੀ ਰਹੀ, ਇੱਕ ਸੱਭਿਅਤਾ ਖੜੀ ਨਹੀਂ ਹੋਈ। ਜੇਕਰ ਜੈਨਾਂ ਨੂੰ ਕਹੋ ਕਿ ਇੱਕ ਪਿੰਡ ਵਸਾ ਕੇ ਦੱਸ ਦਿਓ ਸਿਰਫ ਜੈਨੀਆਂ ਦਾ, ਤਾਂ ਉਹ ਨਹੀਂ ਵਸਾ ਸਕਦੇ ਕਿਉਂਕਿ ਕੌਣ ਚਮਾਰ ਦਾ ਕੰਮ ਕਰੇਗਾ, ਕੌਣ ਭੰਗੀ ਦਾ ਕੰਮ ਕਰੇਗਾ, ਕੌਣ ਸੜਕ ਸਾਫ਼ ਕਰੇਗਾ, ਕੌਣ ਨਾਈ ਦਾ ਕੰਮ ਕਰੇਗਾ। ਸੰਸਕ੍ਰਿਤੀ ਨਹੀਂ ਹੈ। ਇੱਕ ਪਿੰਡ ਨਹੀਂ ਵਸਾ ਸਕਦੇ ਆਪਣਾ। ਕਿਸ ਤਰ੍ਹਾਂ ਦੀ ਸੰਸਕ੍ਰਿਤੀ ਹੈ? ਦੂਜਿਆਂ 'ਤੇ ਨਿਰਭਰ ਰਹਿਣਾ ਪੈਂਦਾ ਹੈ। ਸਿਰਫ ਆਈਡੀਓਲੋਜੀ ਹੈ, ਇੱਕ ਵਿਚਾਰ ਹੈ, ਪੰਗੂ ਹੈ। ਅਤੇ ਉਸ ਪੰਗੁਤਾ ਦਾ ਡੂੰਘੇ ਤੋਂ ਡੂੰਘਾ ਕਾਰਨ ਇਹ ਹੈ ਕਿ ਇਸਤਰੀ ਅਸਵੀਕਾਰ ਹੈ। ਉਹਦੇ ਨਾਲ ਪੰਗੁਤਾ ਪੈਦਾ ਹੋਈ ਹੈ। ਇਸਤਰੀ ਨੂੰ ਜੈਨ ਵਿਧਾਨ 'ਚ ਮੋਕਸ਼ ਜਾਣ ਦੀ ਸਹੂਲੀਅਤ ਨਹੀਂ ਹੈ। ਉਹਨੂੰ ਪਹਿਲਾਂ ਪੁਰਖ ਹੋਣਾ ਪਏਗਾ। ਇੱਕ ਜਨਮ 'ਚ ਤਦ ਉਹ ਸਵਰਗ ਜਾ ਸਕਦੀ ਹੈ। ਪਹਿਲਾਂ ਪੁਰਖ ਦਾ ਜਨਮ ਲੈਣਾ ਪਏਗਾ। ਇਸਤਰੀ ਨੂੰ ਸਮਾਨਤਾ ਨਹੀਂ ਹੈ, ਜੈਨ ਵਿਚਾਰ 'ਚ ਹੋ ਨਹੀਂ ਸਕਦੀ। ਪੁਰਖ ਹੀ ਪਾ ਸਕਦਾ ਹੈ। ਤੁਸੀਂ ਹੈਰਾਨ ਹੋਵੋਗੇ ਕਿ ਜੇਕਰ ਲੱਭਣ ਜਾਓਗੇ ਤਾਂ ਕਾਰਨ ਕੀ ਹੈ? ਕਿਉਂਕਿ ਕਾਰਨ ਇਹ ਹੈ ਕਿ ਪੁਰਖ ਤਾਂ ਬ੍ਰਹਮਚਰਿਆ ਨੂੰ ਪ੍ਰਾਪਤ ਹੋ ਜਾਂਦਾ ਹੈ, ਪਰ ਇਸਤਰੀ ਦਾ ਮਾਸਿਕ ਧਰਮ ਤਾਂ ਰੋਕਿਆ ਨਹੀਂ ਜਾ ਸਕਦਾ। ਉਹ ਬ੍ਰਹਮਚਾਰਨੀ ਵੀ ਹੋ ਜਾਏ ਤਾਂ ਵੀ ਮਾਸਿਕ ਧਰਮ ਤਾਂ ਨਹੀਂ ਰੁਕ ਸਕਦਾ। ਅਤੇ ਜਦ ਤੱਕ ਸੰਪੂਰਨ ਰੂਪ ਨਾਲ ਬ੍ਰਹਮਚਰਿਆ ਉਪਲਬਧ ਨਾ ਹੋ ਜਾਏ ਤਦ ਤੱਕ ਕੋਈ ਕਿਵੇਂ ਮੁਕਤ ਹੋ ਸਕਦਾ ਹੈ? ਲੇਕਿਨ ਹਿੰਦੂ ਵਿਚਾਰ ਦੀ ਬਹੁਤ ਗਹਿਣਤਾ ਹੈ। ਹਿੰਦੂ ਵਿਚਾਰ ਇਹ ਕਹਿ ਰਿਹਾ ਹੈ ਸ਼ਕਤੀ ਦੇ ਦੋ ਰੂਪ ਹਨ। ਇੱਕ ਰੂਪ ਇਸਤਰੀ ਦੇ ਵੱਲ ਪ੍ਰਗਟ ਹੁੰਦਾ ਹੈ, ਇੱਕ ਰੂਪ ਪੁਰਖ ਦੇ ਵੱਲ। ਇਸਤਰੀ ਅਤੇ ਪੁਰਖ ਮਹੱਤਵਪੂਰਨ ਨਹੀਂ ਹਨ। ਸ਼ਕਤੀ ਦੇ ਦੋ ਰੂਪ ਹਨ ਜਿਹੜੇ ਇੱਕ ਦੂਜੇ ਦਾ ਸੰਤੁਲਨ ਕਰਦੇ ਹਨ। ਪੁਰਖ ਵਿੱਚ ਪ੍ਰਚੰਡਤਾ ਹੈ, ਸੁਸ਼ੀਲਤਾ ਨਹੀਂ ਹੈ। ਇਸ ਲਈ ਸਾਰੇ ਸੁਸ਼ੀਲਤਾ ਦੇ ਗੁਣ ਇਸਤਰੈਣ ਹਨ, ਹੋਣੇ ਵੀ ਚਾਹੀਦੇ ਹੈ। ਇਸ ਲਈ ਜਦ ਕੋਈ ਵਿਅਕਤੀ ਠੀਕ ਪਰਮ ਸਥਿਤੀ ਨੂੰ ਉਪਲਬਧ ਹੁੰਦਾ ਹੈ ਤਦ ਉਸ ਵਿੱਚ ਇਸਤਰੀ ਅਤੇ ਪੁਰਖ ਦੋਵਾਂ ਦਾ ਮਿਲਨ ਹੋ ਜਾਂਦਾ ਹੈ। ਉਹ ਪ੍ਰਚੰਡ ਹੁੰਦਾ ਹੈ, ਸ਼ੀਤਲ ਵੀ ਹੁੰਦਾ ਹੈ। ਉੱਥੇ ਸੂਰਜ ਅਤੇ ਚੰਨ ਦੋਵੇਂ ਮਿਲ ਜਾਂਦੇ ਹਨ। ਉੱਥੇ ਤਪਸ਼ ਵੀ ਹੁੰਦੀ ਹੈ ਅਤੇ ਬਹੁਤ ਡੂੰਘੀ ਸ਼ੀਤਲਤਾ ਵੀ ਹੁੰਦੀ ਹੈ। ਅਤੇ ਜਦ ਇਹ ਦੋਵੇਂ ਰੂਪ ਇਕੱਠੇ ਹੋ ਜਾਂਦੇ ਹਨ, ਇੱਕ ਹੋ ਜਾਂਦੇ ਹਨ, ਇੰਟੈਗਰੇਟਿਡ ਹੋ ਜਾਂਦੇ ਹਨ, ਪਰਮ ਪੁਰਖ ਦਾ ਜਨਮ ਹੁੰਦਾ ਹੈ। ਉਹ ਪਰਮ ਜੋ ਅਵਸਥਾ ਹੈ ਇਸਤਰੀ ਪੁਰਖ ਦੇ ਪਾਰ ਹੈ ਕਿਉਂਕਿ ਉਹਨਾਂ ਦੋਹਾਂ ਦੀ ਊਰਜਾ ਦਾ ਮਿਲਣ ਹੈ। ਉੱਥੇ ਇੱਕ ਪੈਦਾ ਹੁੰਦਾ ਹੈ, ਪਰ ਜਦ ਦੋ ਵੱਡੇ ਡੂੰਘੇ ਮਿਲਣ 'ਚ ਡੁੱਬ ਜਾਂਦੇ ਹਨ ਤਦ। ਇਸ ਲਈ ਨਾਨਕ ਦਾ ਸੂਤਰ ਕਹਿੰਦਾ ਹੈ ਕਿ ਰਾਮ ਹੀ ਇਕੱਲੇ ਕਾਫੀ ਨਹੀਂ, ਰਾਮ ਭਰਪੂਰ ਸਮਾਇਆ ਹੋਇਆ ਉਹਦੇ ਵਿੱਚ। ਉਹਦੀ ਮਹਿਮਾ 'ਚ ਸੀਤਾ ਵੀ ਸਮਾਈ ਹੋਈ ਹੈ। ਤਿੰਨ ਮੈਂ ਰਾਮ ਰਿਹਾ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਈ, ਤਾਕੇ ਰੂਪ ਨ ਕਥਨੇ ਜਾਏ। ਅਤੇ ਫਿਰ ਉਹਦਾ ਰੂਪ ਕਹਿਣਾ ਅਸੰਭਵ ਹੈ ਕਿਉਂਕਿ ਤੁਸੀਂ ਇਸਤਰੀ ਦੇ ਰੂਪ ਦੀ ਚਰਚਾ ਕਰ ਸਕਦੇ ਹੋ, ਪੁਰਖ ਦੇ ਰੂਪ ਦੀ ਚਰਚਾ ਕਰ ਸਕਦੇ ਹੋ, ਪਰ ਜਿੱਥੇ ਰਾਮ ਅਤੇ ਸੀਤਾ ਦਾ ਮਿਲਨ ਹੋ ਗਿਆ ਉੱਥੇ ਚਰਚਾ ਮੁਸ਼ਕਿਲ ਹੋ ਜਾਂਦੀ ਹੈ ਕਿਉਂਕਿ ਵਿਪਰੀਤ ਗੁਣ ਮਿਲ ਗਏ। ਹੁਣ ਤੁਸੀਂ ਇਹ ਕਹੋ ਤਾਂ ਉਸ ਤੋਂ ਵਿਪਰੀਤ ਵੀ ਮੌਜੂਦ ਹੈ, ਤੁਸੀਂ ਉਹ ਕਹੋ ਉਹਦਾ ਵੀ ਵਿਪਰੀਤ ਮੌਜੂਦ ਹੈ। ਧੰਨਵਾਦ। ਚੱਲਦਾ।